हाँ जी, क्लियर हो गई हैं? कुछ पूछना? स्टूडेंट इम्यूनोएसे टेक्निक्स क्लियर हो गया थानू टॉपिक? हाँ जी मैम। So next topic is biological evaluation. After physical evaluation, chemical evaluation, spectrometry, spectrophotometry, chromatography, then we comes on if biological evaluation. When other method fails to determine the drug efficacy or quantity or qualitatively, then biological evaluation is done. ਸੋ ਬਾਇਓਲੋਜੀਕਲ ਇਵੈਲੂਏਸ਼ਨ ਆਪਾਂ ਕਿਉਂ ਕਰਦੇ ਹਾਂ? ਬਾਇਓਲੋਜੀਕਲ ਇਵੈਲੂਏਸ਼ਨ ਆਪਾਂ ਕਰਦੇ ਹੈਗੇ ਹਾਂ ਡਰਗ ਦੀ ਐਫੀਕੇਸੀ ਦੇਖਣ ਦੇ ਲਈ, ਉਹਦੀ ਥੈਰਾਪਿਊਟਿਕ ਐਕਟੀਵਿਟੀ ਦੇਖਣ ਦੇ ਲਈ, ਜਾਂ ਫਿਰ ਰॉ ਫਾਰਮ ਦੇ ਵਿੱਚ ਉਹਦੀ ਐਕਟੀਵਿਟੀ ਕਿਵੇਂ ਦੀ ਆ, ਉਹਦੀ ਜਦੋਂ ਉਹਨੂੰ ਅਸੀਂ ਪ੍ਰੋਡਕਟ ਦੇ ਵਿੱਚ ਕਨਵਰਟ ਕਰ ਦਿੰਦੇ ਹਾਂ ਹੈ ਨਾ, ਜਾਂ ਉਹਦੀ ਕੋਈ ਮੈਨੂਫੈਕਚਰਿੰਗ ਕਰ ਦਿੰਦੇ ਹਾਂ, ਫਿਰ ਉਹਦੀ ਐਫੀਕੇਸੀ ਕਿੱਦਾਂ ਦੀ ਆ, ਜਾਂ ਉਹ ਕਿੱਦਾਂ ਦਾ ਰਿਐਕਸ਼ਨ ਦਿੰਦੀ ਹੈ, ਕੀ ਉਹਦੀ ਫਾਰਮਾਕੋਲੋਜੀਕਲ ਪ੍ਰੋਪਰਟੀਜ਼ ਹੋ ਸਕਦੀਆਂ, ਉਹ ਆਪਾਂ ਸਾਰਾ ਕੁਝ ਡਿਟਰਮਿਨ ਕਰਦੇ ਹਾਂ ਵਿਦ ਦੀ ਹੈਲਪ ਆਫ ਬਾਇਓਲੋਜੀਕਲ ਇਵੈਲੂਏਸ਼ਨ। ਹੁਣ ਬਾਇਓਲੋਜੀਕਲ ਇਵੈਲੂਏਸ਼ਨ ਹੈਗੀ ਹੈ, ਇਟ ਮੀਨਸ ਕਿ ਬਾਇਓਲੋਜੀਕਲੀ ਆਪਾਂ ਦੇਖਦੇ ਹਾਂ, ਠੀਕ ਆ। ਬਾਇਓਲੋਜੀਕਲੀ ਦੇਖਣ ਦੇ ਲਈ ਆਪਾਂ ਕੀ ਕਰਾਂਗੇ? ਸਾਡੇ ਕੋਲ ਕੋਈ ਲਿਵਿੰਗ ਥਿੰਗ ਹੋਣੀ ਚਾਹੀਦੀ ਹੈ, ਕੋਈ ਲਿਵਿੰਗ ਮਟੀਰੀਅਲ ਹੋਣਾ ਚਾਹੀਦਾ, ਫਿਰ ਹੀ ਆਪਾਂ ਉਹਦੀ ਬਾਇਓਲੋਜੀਕਲ ਇਵੈਲੂਏਸ਼ਨ ਕਰ ਪਾਵਾਂਗੇ। ਜਦੋਂ ਹੁਣ ਆਪਾਂ ਇਮਿਊਨੋ ਐਸੇ ਕੀਤਾ ਸੀਗਾ, ਇਮਿਊਨੋ ਐਸੇ ਵੀ ਬਾਇਓਲੋਜੀਕਲ ਮੈਥਡ ਆ, ਬਟ ਉਹਦੇ ਵਿੱਚ ਆਪਾਂ ਕੀ ਕਰਦੇ ਹਾਂ ਕਿ ਐਨਜ਼ਾਈਮ ਲਿੰਕਡ ਜਾਂ ਪ੍ਰੋਟੀਨ ਲਿੰਕਡ ਕੁਝ ਵੀ ਕਰ ਸਕਦੇ ਹਾਂ, ਉਹਨੂੰ ਆਪਾਂ ਲੈਬ ਦੇ ਵਿੱਚ ਵੀ ਔਰਗੇਨਾਈਜ਼ ਕਰ ਸਕਦੇ ਹਾਂ, ਠੀਕ ਆ। ਉਸ ਚੀਜ਼ ਨੂੰ ਆਪਾਂ ਕਰ ਸਕਦੇ ਹਾਂ। ਪਰ ਜਿਹੜੀ ਬਾਇਓਲੋਜੀਕਲ ਮਤਲਬ ਦੋਨੋਂ ਤਰੀਕੇ ਨਾਲ ਹੁੰਦੀ ਆ ਉਹ, ਬਟ ਜਿਹੜਾ ਬਾਇਓਲੋਜੀਕਲ ਇਵੈਲੂਏਸ਼ਨ ਹੈ ਇਹਦੇ ਲਈ ਆਪਾਂ ਸਪੈਸ਼ਲੀ ਯੂਜ਼ ਕਰਦੇ ਹੈਗੇ ਆ ਐਨੀਮਲਸ, ਠੀਕ ਹੈ। ਵਿਦ ਦੀ ਹੈਲਪ ਆਫ ਐਨੀਮਲ ਵੀ ਐਨਾਲਾਈਜ਼ ਦੀ ਫਾਰਮਾਕੋਲੋਜੀਕਲ ਪ੍ਰੋਪਰਟੀਜ਼ ਆਫ ਦਾ ਡਰਗ। ਸੋ ਜਿਹੜਾ ਆਪਾਂ ਬਾਇਓਲੋਜੀਕਲ ਮੈਥਡ ਬਾਇਓਲੋਜੀਕਲ ਇਵੈਲੂਏਸ਼ਨ ਕਰਾਂਗੇ, ਇਹਦੇ ਲਈ ਸਾਡੇ ਕੋਲ 3 ਟਾਈਪ ਦੀਆਂ ਟੈਕਨੀਕਸ ਹੈਗੀਆਂ, 3 ਟਾਈਪ ਦੀ ਬਾਇਓਐਸੇਸ ਹੈਗੇ ਆ, ਲਾਈਕ ਟੌਕਸਿਕ, ਸਿੰਪਟੋਮੈਟਿਕ ਐਂਡ ਟਿਸ਼ੂ ਮੈਥਡ। ਹੁਣ ਜਿਹੜਾ ਟੌਕਸਿਕ ਅਤੇ ਸਿੰਪਟੋਮੈਟਿਕ ਹੈਗਾ, ਉਹਦੇ ਵਿੱਚ ਆਪਾਂ ਕੀ ਕਰਦੇ ਹਾਂ? ਡਾਇਰੈਕਟ ਐਨੀਮਲ ਯੂਜ਼ ਕਰਦੇ ਹਾਂ, ਐਨੀਮਲਸ ਦੇ ਉੱਪਰ ਟੌਕਸਿਕ ਅਤੇ ਸਿੰਪਟੋਮੈਟਿਕ ਟੈਕਨੀਕ ਨੂੰ ਅਪਲਾਈ ਕਰਦੇ ਹਾਂ। ਬਟ ਜਿਹੜਾ ਟਿਸ਼ੂ ਮੈਥਡ ਹੈਗਾ, ਉਹਦੇ ਲਈ ਆਪਾਂ ਟਿਸ਼ੂ ਯੂਜ਼ ਕਰ ਲੈਂਦੇ ਹਾਂ, ਮਤਲਬ ਆਈਸੋਲੇਟਿਡ ਔਰਗਨ ਔਰ ਟਿਸ਼ੂ ਕੈਨ ਬੀ ਯੂਜ਼ ਇਨ ਲੈਬ। ਸੋ ਬਾਇਓਲੋਜੀਕਲ ਐਕਟੀਵਿਟੀ ਜਿਹੜੀ ਆਪਾਂ ਮੇਜਰ ਕਰਦੇ ਹਾਂ ਕਿਸੇ ਵੀ ਐਨੀਮਲ ਦੇ ਉੱਪਰ ਅਪਲਾਈ ਕਰਕੇ ਡਰਗ ਨੂੰ, ਉਹਨੂੰ ਰਿਪਰਜੈਂਟ ਕਰਦੇ ਹਾਂ ਆਪਾਂ ਇੰਟਰਨੈਸ਼ਨਲ ਯੂਨਿਟਸ ਦੇ ਨਾਲ, IU ਦੇ ਨਾਲ ਡਿਨੋਟ ਕਰਦੇ ਹਾਂ। ਇੰਟਰਨੈਸ਼ਨਲ ਯੂਨਿਟ represent the biological activity। ਸੋ ਕਿਹੜੀਆਂ ਬਾਇਓਲੋਜੀਕਲ ਐਕਟੀਵਿਟੀ ਦੀ ਕੁਝ ਐਗਜ਼ਾਮਪਲ ਦਿੱਤੀ ਹੋਈਆਂ, ਜਿੱਦਾਂ ਡਿਜੀਟੈਲਿਸ ਹੈਗਾ। ਡਿਜੀਟੈਲਿਸ ਦੀ ਕੀ ਇੰਟਰਨੈਸ਼ਨਲ ਯੂਨਿਟ ਕੰਟੇਨਸ 76 mg ਆਫ ਸਟੈਂਡਰਡ ਪ੍ਰੈਪਰੇਸ਼ਨ। ਮਤਲਬ ਕਿ ਜਿਹੜਾ ਇੰਟਰਨੈਸ਼ਨਲ ਯੂਨਿਟ ਹੈਗਾ ਡਿਜੀਟੈਲਿਸ ਦੇ ਵਿੱਚ, ਉਹ ਹੈਗਾ 76 mg। ਮਤਲਬ ਜੇ ਕੋਈ ਆਪਾਂ ਪ੍ਰੈਪਰੇਸ਼ਨ ਬਣਾ ਰਹੇ ਹਾਂ ਕਿਸੇ ਚੀਜ਼ ਦੀ, ਡਿਜ਼ੀਜ਼ ਦੇ ਲਈ ਆਪਾਂ ਕੋਈ ਮੈਡੀਸਨ ਬਣਾ ਰਹੇ ਹਾਂ, ਤਾਂ ਉਹਦੇ ਵਿੱਚ ਐਟਲੀਸਟ 76 mg ਡਿਜੀਟੈਲਿਸ ਹੋਣਾ ਚਾਹੀਦਾ। ਜੇ 76 mg ਤੋਂ ਘੱਟ ਅਮਾਊਂਟ ਹੋਏਗੀ ਤਾਂ ਉਹਦਾ ਮਤਲਬ ਉਨਾ ਇਫੈਕਟ ਨਹੀਂ ਹੋਊਗਾ, ਹੈ ਨਾ। ਮਤਲਬ ਉਹਦੀ ਐਕਟੀਵਿਟੀ ਦੇ ਲਈ, ਉਹਦੀ ਫਾਰਮਾਕੋਲੋਜੀਕਲ ਐਪਲੀਕੇਸ਼ਨ ਦੇ ਲਈ ਸਾਡੇ ਕੋਲ ਕਿੰਨੀ ਉਹਦੀ ਅਮਾਊਂਟ ਹੋਣੀ ਚਾਹੀਦੀ ਹੈ ਸਟੈਂਡਰਡ ਪ੍ਰੈਪਰੇਸ਼ਨ ਦੇ ਵਿੱਚ, ਉਹਦੀ ਐਗਜ਼ਾਮਪਲ ਦਿੱਤੀ ਹੈ। ਸੋ ਡਿਜੀਟੈਲਿਸ ਕੰਟੇਨ 76 mg ਆਫ ਸਟੈਂਡਰਡ ਪ੍ਰੈਪਰੇਸ਼ਨ। ਉਸ ਤੋਂ ਬਾਅਦ ਵਿਟਾਮਿਨ ਏ ਕਿੰਨਾ ਹੋਣਾ ਚਾਹੀਦਾ ਸਾਡੇ ਕੋਲ? 0.344 μg ਆਫ ਸਟੈਂਡਰਡ ਪ੍ਰੈਪਰੇਸ਼ਨ। ਉਸ ਤੋਂ ਬਾਅਦ ਵਿਟਾਮਿਨ ਡੀ 0.025 μg ਆਫ ਸਟੈਂਡਰਡ ਪ੍ਰੈਪਰੇਸ਼ਨ, ਮਤਲਬ ਇੰਨੀ ਕੰਸਨਟ੍ਰੇਸ਼ਨ ਜਿਹੜੀ ਸ਼ੋ ਕਰ ਰਿਹਾ। ਇਟ ਕਮਸ ਅੰਡਰ ਇੰਟਰਨੈਸ਼ਨਲ ਯੂਨਿਟ ਐਂਡ ਇਟ ਇਜ਼ ਅਕੋਰਡਿੰਗ ਟੂ ਦੀ ਫਾਰਮਾਕੋਪੀਆ। ਸਟੈਂਡਰਡ ਪ੍ਰੈਪਰੇਸ਼ਨ ਸਾਨੂੰ ਪਤਾ ਹੈ ਕਿ ਆਪਾਂ ਫਾਰਮਾਕੋਪੀਆ ਤੋਂ ਹੀ ਦੇਖਦੇ ਹਾਂ ਸਟੈਂਡਰਡ ਪ੍ਰੈਪਰੇਸ਼ਨ ਜਿਹੜੀਆਂ ਹੁੰਦੀਆਂ। ਸੋ ਜਿਹੜੀ ਸਟੈਂਡਰਡ ਪ੍ਰੈਪਰੇਸ਼ਨ ਹੋਏਗੀ, ਉਹਦੇ ਵਿੱਚ ਇੰਟਰਨੈਸ਼ਨਲ ਯੂਨਿਟ ਦੇ ਵਿੱਚ ਉਹਨੂੰ ਇੰਟਰਪ੍ਰੇਟ ਕੀਤਾ ਹੋਊਗਾ ਉਹਦੀ ਅਮਾਊਂਟ ਨੂੰ, ਅਤੇ ਉਹ ਫਾਰਮਾਕੋਪੀਆ ਦੇ ਅਕੋਰਡਿੰਗਲੀ ਹੋਊਗਾ। ਸੋ ਸਮ ਆਫ ਦ ਡਰਗ ਵਿਚ ਆਰ ਸਬਜੈਕਟਿਡ ਟੂ ਬਾਇਓਐਸੇ। ਕਿਹੜੀਆਂ ਡਰੱਗਸ ਹੈਗੀਆਂ ਜਿਹਨੂੰ ਆਪਾਂ ਬਾਇਓਲੋਜੀਕਲ ਇਵੈਲੂਏਸ਼ਨ ਕਰਦੇ ਹਾਂ?
ਜਿੱਦਾਂ ਕਾਰਡੀਅਕ ਗਲਾਈਕੋਸਾਈਡਸ ਹੋ ਗਏ, ਐਂਟੀਬਾਇਓਟਿਕਸ ਹੋ ਗਏ, ਪੈਸਟੀਸਾਈਡਸ ਹੋ ਗਏ, ਹੈ ਨਾ। ਮਤਲਬ ਜਿਹੜੀਆਂ ਜਿਹੜੀਆਂ ਡਿਜ਼ੀਜ਼ ਹਾਈਪੋਗਲਾਈਸੀਮਿਕ ਐਕਟੀਵਿਟੀ ਦੇਖ ਲੈਂਦੇ ਹਾਂ, ਐਂਟੀ ਇਨਫਲਾਮੇਟਰੀ ਦੇਖਦੇ ਹਾਂ, ਐਂਟੀ ਪਾਇਰੇਟਿਕ ਐਕਟੀਵਿਟੀ ਦੇਖਦੇ ਹਾਂ, ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਐਨਾਲਿਸਿਸ ਕਰਦੇ ਹਾਂ। ਸੋ ਜਿੱਦਾਂ ਹੁਣ ਦੇਖੋ ਪਹਿਲੇ ਬਾਇਓਲੋਜੀਕਲ ਇਵੈਲੂਏਸ਼ਨ ਤੁਹਾਡੀ ਲਿਸਟ ਦਿੱਤੀ ਹੋਈ ਹੈ ਇੱਕ ਐਂਟੀਪਾਇਰੇਟਿਕ ਐਕਟੀਵਿਟੀ। ਐਂਟੀਪਾਇਰੇਟਿਕ ਕੀ ਹੁੰਦੀ ਹੈ, ਟੈਂਪਰੇਚਰ ਇਨਕਰੀਜ਼ ਕਰ ਜਾਂਦਾ ਹੈ ਤਾਂ ਉਹਦੇ ਅਗੇਂਸਟ ਆਪਾਂ ਐਕਟੀਵਿਟੀ ਦੇਖਦੇ ਹਾਂ। ਉਸ ਤੋਂ ਬਾਅਦ ਐਂਟੀ ਇਨਫਲਾਮੇਟਰੀ ਐਕਟੀਵਿਟੀ, ਕਿਸੇ ਦੀ ਕੋਈ ਇਨਫਲਾਮੇਸ਼ਨ ਹੋਈ ਆ, ਓਡੀਮਾ ਵਗੈਰਾ ਹੋਇਆ, ਕੁਝ ਹੋਇਆ, ਉਹਨੂੰ ਆਪਾਂ ਐਨਾਲਿਸਿਸ ਕਰਦੇ ਹਾਂ। ਠੀਕ ਹੈ। ਹਾਈਪੋਗਲਾਈਸੀਮਿਕ ਸ਼ੂਗਰ ਲੈਵਲ ਨੂੰ, ਸ਼ੂਗਰ ਲੈਵਲ ਨਾਲ ਰਿਲੇਟਿਡ ਹੁੰਦਾ ਗਲਾਈਸੀਮਿਕ ਇਫੈਕਟ। ਸੋ ਡਾਇਬਟਿਕ ਪੇਸ਼ੈਂਟ ਦੇ ਲਈ ਜਾਂ ਹੋਰ ਚੀਜ਼ ਦੇਖਣ ਦੇ ਲਈ ਆਪਾਂ ਹਾਈਪੋਗਲਾਈਸੀਮਿਕ ਐਕਟੀਵਿਟੀ ਦੇਖਾਂਗੇ। ਐਂਟੀ ਅਲਸਰ, ਸੇਮ ਅਨਲਜੈਸਿਕ ਪੇਨ ਕਿਲਰ ਹੁੰਦੇ ਆ, ਹੈ ਨਾ, ਮਾਈਕਰੋਬਾਇਓਲੋਜੀਕਲ ਐਸੇਜ਼, ਇਹ ਸਾਰੀਆਂ ਚੀਜ਼ਾਂ। ਕਾਰਡੀਅਕ ਐਕਟੀਵਿਟੀ, ਕਾਰਡੀਅਕ ਐਕਟੀਵਿਟੀ ਜਿਹੜੀਆਂ ਹਾਰਟ ਨਾਲ ਰਿਲੇਟਿਡ ਡਿਜ਼ੀਜ਼ ਹੋ ਗਈਆਂ ਉਹਨੂੰ ਦੇਖਾਂਗੇ। ਫੋਰ ਐਗਜ਼ਾਮਪਲ ਡਿਜੀਟੈਲਿਸ ਜਿੱਦਾਂ ਹੈਗਾ ਉਹਦੇ ਕਾਰਡੀਅਕ ਐਕਟੀਵਿਟੀ ਹੁੰਦੀ ਹੈ, ਔਰ ਬਾਇਓ ਐਸਿਡ ਔਨ ਫਰੋਗ, ਕੈਟ ਔਰ ਪਿਜਨ। ਠੀਕ ਹੈ, ਉਹਨੂੰ ਆਪਾਂ ਇਹਨਾਂ ਐਨੀਮਲਸ ਦੇ ਉੱਪਰ ਦੇਖਦੇ ਹਾਂ ਯੂਜ਼ ਕਰਕੇ। ਦੈਨ ਐਂਟੀ ਐਲਮਿੰਥਿਕ, ਉਹ ਹੈਗੀਆਂ ਡਰੱਗਸ। ਮੇਲ ਫਨ ਜਿੱਦਾਂ ਹੈਗਾ ਉਹਨੂੰ ਅਸੀਂ ਬਾਇਓ ਐਸੇ ਕਰਦੇ ਹਾਂ ਉਹਦਾ ਔਨ ਦੀ ਅਰਥਵੋਰਮਸ। ਸੋ ਹੁਣ ਇਹਦੇ ਅੰਡਰ ਅਲੱਗ-ਅਲੱਗ ਤੁਹਾਨੂੰ ਦਿੱਤੇ ਹੋਏ ਆ, ਜਿੱਦਾਂ ਐਂਟੀਪਾਇਰੇਟਿਕ ਐਕਟੀਵਿਟੀ, ਐਂਟੀ ਇਨਫਲਾਮੇਟਰੀ, ਇਹਦੇ ਵਿੱਚ ਲਿਖਿਆ ਹੋਇਆ ਕਿ ਕਿਹੜਾ ਐਨੀਮਲ ਯੂਜ਼ ਕਰਨਾ। ਠੀਕ ਆ, ਉਹਦੀ ਕਿੱਦਾਂ ਡਰੱਗ ਨੂੰ ਇੰਟਰੋਡਿਊਸ ਕਰਨਾ। ਉਹਦੇ ਵਿੱਚ ਕੋਈ ਇੱਕ ਐਨੀਮਲ ਦੇ ਵਿੱਚ ਜਾਂ ਟਿਸ਼ੂ ਦੇ ਵਿੱਚ ਆਪਾਂ ਡਰੱਗ ਇੰਟਰੋਡਿਊਸ ਕਰਾਂਗੇ ਤਾਂ ਹੀ ਆਪਾਂ ਉਹਦੀ ਐਕਟੀਵਿਟੀ ਨੋਟ ਕਰਾਂਗੇ। ਸੋ ਐਂਟੀਪਾਇਰੇਟਿਕ ਐਕਟੀਵਿਟੀ ਦੇਖਦੇ ਹਾਂ। ਜਿੱਦਾਂ ਐਂਟੀਪਾਇਰੇਟਿਕ ਐਕਟੀਵਿਟੀਜ਼ ਦੀ ਨੂੰ ਡਿਟੈਕਟ ਕਰਨ ਦੇ ਲਈ ਆਪਾਂ ਯੂਜ਼ ਕਰਦੇ ਹਾਂ ਰੈਬਿਟਸ। ਮੇਲ ਅਤੇ ਫੀਮੇਲ ਦੋਨੋਂ ਰੈਬਿਟਸ ਯੂਜ਼ ਕਰਦੇ ਹਾਂ, ਮਤਲਬ ਦੋਨਾਂ ਦੇ ਉੱਪਰ ਅਲੱਗ-ਅਲੱਗ ਸਾਨੂੰ ਪਤਾ ਹੈ ਕਿ ਜਿਹੜਾ ਫੀਮੇਲ ਐਂਡ ਮੇਲ ਦੀ ਕੰਪੋਜੀਸ਼ਨ ਡਿਫਰ ਹੁੰਦੀ ਹੈ ਨਾ, ਫਿਜ਼ੀਕਲੀ ਉਹਨਾਂ ਦੀ ਕੰਪੋਜੀਸ਼ਨ ਡਿਫਰ ਹੁੰਦੀ ਹੈ ਬਾਡੀ ਦੇ ਵਿੱਚ। ਸੋ ਮਤਲਬ ਉਹਦਾ ਬਲੱਡ ਦੇ ਵਿੱਚ ਵੀ ਕੰਪੋਜੀਸ਼ਨ ਡਿਫਰੈਂਟ ਹੁੰਦੀ ਹੈ ਜਾਂ ਅਦਰ ਚੀਜ਼ਾਂ ਵੀ। ਠੀਕ ਹੈ, ਤਾਂ ਉਹ ਕੀ ਹੈਗਾ ਕਿ ਆਪਾਂ ਇਸ ਕਰਕੇ ਦੋਨਾਂ ਦੇ ਉੱਪਰ ਅਪਲਾਈ ਕਰਾਂਗੇ, ਮੇਲ ਦੇ ਉੱਪਰ ਵੀ ਐਂਡ ਫੀਮੇਲ ਦੇ ਉੱਪਰ ਵੀ। ਸੋ ਰੈਬਿਟ ਯੂਜ਼ ਰੈਬਿਟ ਆਫ ਬੋਥ ਸੈਕਸਿਸ ਐਂਡ ਆਫ ਡਿਫਰੈਂਟ ਸਟ੍ਰੇਨਸ ਵਿਦ ਅ ਬੋਡੀ ਵੇਟ ਬਿਟਵੀਨ 3 to 5 kgs। 3 ਤੋਂ 5 kg ਵਾਲੇ ਜਿਹੜੇ ਰੈਬਿਟ ਹੈਗੇ ਉਹ ਆਪਾਂ ਚੂਜ਼ ਕਰਾਂਗੇ, ਦੋਨੋਂ ਸੈਕਸਿਸ ਦੇ ਚੂਜ਼ ਕਰਾਂਗੇ। ਦੈਨ ਰੈਬਿਟਸ ਆਰ ਪਲੇਸਡ ਇਨ ਕੇਜਿਸ ਐਂਡ ਥਰਮੋਕਪਲਸ ਕਨੈਕਟਡ ਵਿਦ ਦ ਆਟੋਮੈਟਿਕ ਰਿਕਾਰਡਰ ਇੰਸਰਟਿਡ ਇਨਟੂ ਦ ਰੈਕਟਮ। ਉਹਨਾਂ ਦੇ ਰੈਕਟਮ ਦੇ ਵਿੱਚ ਇੰਟਰੋਡਿਊਸ ਕਰ ਦਾਂਗੇ ਆਪਾਂ ਰਿਕਾਰਡਰ, ਜਿੱਥੋਂ ਆਪਾਂ ਰੀਡਿੰਗ ਮੇਜਰ ਕਰ ਪਾਵਾਂਗੇ। ਦੈਨ ਉਹਨੂੰ ਆਪਾਂ ਕਨੈਕਟ ਕੀਤਾ ਹੁੰਦਾ। ਠੀਕ ਹੈ, ਸੋ ਰੈਬਿਟ ਆਰ ਅਲਾਊਡ ਟੂ ਅਡੋਪਟ ਟੂ ਦੀ ਕੇਜਿਸ ਫॉर 1 hour। ਦੈਨ 0.2 ml ਪਰ kg ਮਤਲਬ ਜਿੰਨਾ ਉਹਨਾਂ ਦਾ ਵੇਟ ਹੈਗਾ, ਬੋਡੀ ਵੇਟ ਹੈਗਾ ਉਹਨਾਂ ਦਾ, ਉਹਦੇ ਅਕੋਰਡਿੰਗਲੀ ਆਪਾਂ 0.2 ml ਇੰਸਰਟ ਕਰਾਂਗੇ। ਜੇ 1 kg ਹੈ ਤਾਂ ਹੈ ਨਾ, ਪਰ ਆਪਾਂ ਲੈਣਾ ਹੀ 3 to 5 ਆ, ਮੀਨਸ ਕਿ ਐਗਜ਼ਾਮਪਲ ਹੀ ਕਿ ਉਹਨੂੰ ਮਲਟੀਪਲਾਈ ਕਰ ਦਾਂਗੇ 3 into 0.2। ਜੇ 4 kg ਦਾ ਤਾਂ 4 into 0.2, ਇੱਦਾਂ ਕਰਕੇ ਉਹਨੂੰ ਪਰ kg ਦੇ ਅਕੋਰਡਿੰਗਲੀ ਡਰੱਗ ਦੇ ਦਾਂਗੇ। 0.2 mg of lipopolysaccharide is injected intravenously into the ear of the rabbit। ਜਿਹੜੇ ਆਪਾਂ ਰੈਬਿਟ ਯੂਜ਼ ਕਰਾਂਗੇ ਉਹਨੂੰ ਕੇਜ ਦੇ ਵਿੱਚ ਰੱਖਾਂਗੇ, 1 hour ਦੇ ਲਈ ਇੱਦਾਂ ਹੀ ਰਹਿਣ ਦਾਂਗੇ। ਰੈਕਟਮ ਦੇ ਵਿੱਚ ਉਹਨਾਂ ਨੂੰ ਆਪਾਂ ਰਿਕਾਰਡਰ ਇੰਟਰੋਡਿਊਸ ਕਰਾਂਗੇ ਜਿੱਥੋਂ ਆਪਾਂ ਰੀਡਿੰਗ ਲੈਣੀ ਆ। ਦੈਨ ਫਿਰ ਆਫਟਰ 1 hour ਜਦੋਂ ਥੋੜ੍ਹਾ ਸਟੇਬਲ ਪੋਜੀਸ਼ਨ 'ਚ ਆ ਜਾਊਗੇ, ਫਿਰ ਆਪਾਂ ਉਹਨੂੰ ਡਰੱਗ ਇੰਟਰੋਡਿਊਸ ਕਰਾਵਾਂਗੇ ਇੰਟਰਾਵੀਨਸਲੀ ਉਹਨਾਂ ਦੀ ਬੋਡੀ ਦੇ ਵਿੱਚ, ਹੈ ਨਾ। ਕਿੱਥੇ ਇੰਜੈਕਟ ਕਰਨੀ ਆਪਾਂ ਉਹਨਾਂ ਦੇ ਈਅਰ ਦੇ ਵਿੱਚ ਇੰਜੈਕਟ ਕਰਦੇ ਹਾਂ। ਫਿਰ ਆਫਟਰ 1 hour ਆਫ ਟੈਸਟ ਕੰਪਾਊਂਡ ਇਜ਼ ਇੰਜੈਕਟਿਡ ਇਨਟੂ ਦ ਰੈਬਿਟ ਆਈਦਰ ਓਰਲੀ ਔਰ ਸਬਕੂਟੇਨੀਅਸਲੀ। ਫਿਰ ਉਹਦੇ ਵਿੱਚ ਕੀ ਕਰਾਂਗੇ ਆਪਾਂ, ਜਿਹੜਾ ਟੈਸਟ ਕੰਪਾਊਂਡ ਆ, ਪਹਿਲਾਂ ਆਪਾਂ ਉਹਨੂੰ ਦੂਜੀ ਡਰੱਗ ਦਿੱਤੀ ਹੈ ਜਿਹਦੇ ਨਾਲ ਉਹਦੇ ਵਿੱਚ ਮਤਲਬ ਕੋਈ ਨਾ ਕੋਈ ਜਿਹੜੀ ਚੀਜ਼ ਦੇ ਅਗੇਂਸਟ ਆਪਾਂ ਦੇਖਣੀ ਹੈ ਨਾ, ਐਂਟੀਬੋਡੀ ਬਣਦੀਆਂ ਜਾਂ ਕੀ ਹੋ ਰਿਹਾ, ਉਹ ਡਰੱਗ ਪਹਿਲਾਂ ਇੰਟਰੋਡਿਊਸ ਕੀਤੀ, ਫਿਰ ਉਹਨੂੰ ਰੈਸਟ ਪੋਜੀਸ਼ਨ 'ਤੇ ਛੱਡਤਾ ਇੱਦਾਂ ਹੀ। ਫਿਰ ਆਪਾਂ ਜਿਹੜਾ ਕੰਪਾਊਂਡ ਟੈਸਟ ਕਰਨਾ ਆ ਉਹਨੂੰ ਇੰਜੈਕਟ ਕਰਦੇ ਹਾਂ ਓਰਲੀ ਔਰ ਸਬਕੂਟੇਨੀਅਸਲੀ। ਓਰਲੀ ਮਤਲਬ ਜਿਹੜਾ ਆਪਾਂ ਉਹਨੂੰ ਥਰੂ ਮਾਊਥ ਕਰਾਂਗੇ, ਫੀਡ ਕਰਾਂਗੇ। ਸਬਕੂਟੇਨੀਅਸਲੀ ਉਹਦੀ ਬੋਡੀ ਦੇ ਅੰਡਰ ਇੰਟਰੋਡਿਊਸ ਕਰ ਦਾਂਗੇ, ਸਭ ਮਤਲਬ ਉਹਦੀ ਸਕਿਨ ਦੇ ਥਰੂ। ਸੋ ਬੋਡੀ ਟੈਂਪਰੇਚਰ ਮੋਨੀਟਰ ਕਰਾਂਗੇ ਐਟਲੀਸਟ ਫॉर 3 hours ਐਂਡ ਡਿਕਰੀਜ਼ ਆਫ ਬੋਡੀ ਟੈਂਪਰੇਚਰ for at least 0.5 degrees Celsius for more than half an hour is compared with the temperature value before administration of the test compound।
so which is considered as a positive response. If temperature decreases then it will consider as a positive response. So ਕੀ ਹੈ ਰੈਬਿਟ ਯੂਜ਼ ਕੀਤਾ, ਰੈਬਿਟ ਨੂੰ ਆਪਾਂ ਪਹਿਲਾਂ ਇੱਕ ਕੇਸ ਦੇ ਵਿੱਚ ਲਾਇਆ, ਫਿਰ ਉਹਦੇ 'ਚ ਰਿਕਾਰਡਰ ਅਪਲਾਈ ਕੀਤਾ ਉਹਦੇ ਉੱਪਰ, ਦੈਨ ਉਸ ਤੋਂ ਬਾਅਦ ਡਰਗ ਇੰਟਰੋਡਿਊਸ ਕਰਵਾਈ ਉਹਦੀ ਬੋਡੀ ਦੇ ਵਿੱਚ ਹੈ ਨਾ, ਐਂਟੀਜਨ ਇੰਟਰੋਡਿਊਸ ਕਰਾਤਾ ਇੱਕ ਤਰ੍ਹਾਂ, ਫਿਰ ਉਹਦੇ ਵਿੱਚ ਐਂਟੀਬੋਡੀਜ਼ ਵਗੈਰਾ ਬਣਨਗੀਆਂ ਨਾ, ਫਿਰ ਆਪਾਂ ਕੀ ਕਰਾਂਗੇ, ਫਿਰ ਆਪਾਂ ਡਰਗ ਜਿਹਨੂੰ ਆਪਾਂ ਕੰਪਾਊਂਡ ਨੂੰ ਟੈਸਟ ਕਰਨਾ ਹੈਗਾ ਉਹ ਵਾਲੀਆਂ ਆਪਾਂ ਇੰਟਰੋਡਿਊਸ ਕਰਾਂਗੇ, ਫਿਰ ਆਪਾਂ ਮਤਲਬ ਰਿਐਕਸ਼ਨ ਵਗੈਰਾ ਜੋ ਵੀ ਉਹਦੀ ਬੋਡੀ 'ਚ ਹੋਊਗਾ ਉਹ ਆਪਾਂ ਰਿਕਾਰਡਰ ਦੇ ਥਰੂ ਸਾਨੂੰ ਪਤਾ ਚੱਲ ਜਾਊਗਾ। ਇਹਦੇ ਵਿੱਚ ਕੀ ਹੈ ਟੈਂਪਰੇਚਰ ਡਿਕਰੀਜ਼, ਪਹਿਲਾਂ ਟੈਂਪਰੇਚਰ ਚੈੱਕ ਕਰ ਲਿਆ ਜਿਹੜਾ ਮਤਲਬ ਜਦੋਂ ਆਪਾਂ ਰੈਬਿਟ ਦੇ ਵਿੱਚ ਪਹਿਲਾਂ ਉਹਨੂੰ ਇੱਕ ਡਰਗ ਇੰਟਰੋਡਿਊਸ ਕਰਾਈ, ਫਿਰ 1 ਘੰਟੇ ਬਾਅਦ ਆਪਾਂ ਆਪਣੀ ਕੰਪਾਊਂਡ ਦੀ ਦਿੱਤੀ ਟੈਸਟ ਕੰਪਾਊਂਡ ਦੀ, ਫਿਰ ਉਸ ਤੋਂ ਬਾਅਦ 1 ਘੰਟੇ ਬਾਅਦ ਆਪਾਂ ਦੇਖਿਆ ਕਿ ਟੈਂਪਰੇਚਰ ਕਿੰਨਾ ਡਾਊਨ ਗਿਆ, ਉਹ ਦੋਨੋਂ ਨੋਟ ਕਰ ਲਈ ਹੈ ਨਾ। ਟੈਂਪਰੇਚਰ ਡਿਫਰੈਂਸ ਤੋਂ ਆਪਾਂ ਜੱਜ ਕਰ ਲਾਂਗੇ ਉਹਦੀ ਡਰਗ ਦੀ ਐਫੀਕੇਸੀ ਜਾਂ ਫਿਰ ਉਹਦੀ ਪੋਟੈਂਸੀ ਵਗੈਰਾ। ਸੋ ਇਸ ਤਰ੍ਹਾਂ ਆਪਾਂ ਐਂਟੀਪਾਇਰੇਟਿਕ ਐਕਟੀਵਿਟੀ ਚੈੱਕ ਕਰ ਲੈਂਦੇ ਹਾਂ। ਐਂਟੀਪਾਇਰੇਟਿਕ ਦਾ ਮਤਲਬ ਹੀ ਟੈਂਪਰੇਚਰ ਨਾਲ ਹੈਗਾ ਆ, ਟੈਂਪਰੇਚਰ ਡਿਕਰੀਜ਼ ਹੋ ਰਿਹਾ ਤਾਂ ਇਹਦਾ ਮਤਲਬ ਸਾਡੀ ਡਰਗ ਜਿਹੜੀ ਹੈਗੀ ਆ ਪਾਸ ਹੋ ਰਹੀ ਹੈ, ਮਤਲਬ ਉਹਦਾ ਐਫੀਕੇਸੀ ਸਹੀ ਹੋਏਗੀ। ਫਿਰ ਇਨ ਦਾ ਸੇਮ ਵੇ ਐਂਟੀ ਇਨਫਲਾਮੇਟਰੀ ਐਕਟੀਵਿਟੀ ਕੈਨ ਬੀ ਗੈਸ। ਐਂਟੀ ਇਨਫਲਾਮੇਟਰੀ ਐਕਟੀਵਿਟੀ ਲਈ ਵੀ ਕੀ ਕਰਾਂਗੇ ਆਪਾਂ, ਇੱਕ ਰੈਟ ਲਵਾਂਗੇ, ਉਹਦੇ 'ਚ ਆਪਾਂ ਉਹਦੇ 'ਚ ਨਾ ਮੈਡੀਸਨ ਇੰਜੈਕਟ ਕਰਾਂਗੇ, ਫਿਰ ਉਹਦੀ ਜਿਹੜਾ ਪਾ ਹੁੰਦਾ ਹੈ ਉਹਦੇ ਵਿੱਚ ਪੈਰ ਦੇ ਵਿੱਚ ਉਹਦੀ ਓਡੀਮਾ ਪ੍ਰੋਡਿਊਸ ਕਰਾਂਗੇ। ਠੀਕ ਆ, ਆਪਾਂ ਪਹਿਲਾਂ ਓਡੀਮਾ ਹੋਊਗਾ ਉਹਦੇ, ਫਿਰ ਆਪਾਂ ਜਿਹੜਾ ਟੈਸਟ ਕੰਪਾਊਂਡ ਆ ਉਹ ਇੰਟਰੋਡਿਊਸ ਕਰਾਂਗੇ, ਦੈਨ ਫਿਰ ਉਹਦਾ ਕੀ ਰਿਜ਼ਲਟ ਹੈਗਾ ਉਹਨੂੰ ਆਪਾਂ ਦੇਖ ਲੈਂਦੇ ਹਾਂ। ਸੋ ਐਂਟੀ ਇਨਫਲਾਮੇਟਰੀ ਐਕਟੀਵਿਟੀ ਪਾ ਓਡੀਮਾ ਮੈਥਡ ਕਹਿੰਦੇ ਆਪਾਂ ਉਹਨੂੰ। The principle underlying the testing of anti-inflammatory activity is the reduction of local edema induced in the rat paw by injecting irritant and anti-inflammatory substances. ਸੋ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ, ਰੈਟ ਲਵਾਂਗੇ, ਰੈਟ ਦੇ ਪਾਂ ਦੇ ਵਿੱਚ ਉਹਦੇ ਪੈਰ ਦੇ ਵਿੱਚ ਕੋਈ ਇੰਜੈਕਟ ਕਰਾਂਗੇ ਆਪਾਂ ਇਰੀਟੇਟਿੰਗ ਮਟੀਰੀਅਲ ਜਾਂ ਇਨਫਲਾਮੇਟਰੀ ਸਬਸਟੈਂਸ ਜਿਹਦੇ ਨਾਲ ਉਹਦੇ ਅੰਦਰ ਇਨਫਲਾਮੇਸ਼ਨ ਹੋ ਜਾਏ। ਠੀਕ ਆ, ਸੋ ਪਹਿਲਾਂ ਉਹਨੂੰ ਕਿਉਂਕਿ ਆਪਾਂ ਆਪਣਾ ਉਹ ਐਨਾਲਿਸਿਸ ਕਰ ਰਹੇ ਹਾਂ ਡਰੱਗਸ ਦਾ, ਇਸ ਕਰਕੇ ਆਪਾਂ ਜਿਹੜਾ ਪਹਿਲਾ ਰੈਬਿਟ ਲਵਾਂਗੇ ਉਹ ਬਿਲਕੁਲ ਜਿਹੜਾ ਸਹੀ ਪੋਜੀਸ਼ਨ ਹੈਲਦੀ ਪੋਜੀਸ਼ਨ 'ਚ ਹੋਊਗਾ ਉਹਨੂੰ ਚੂਜ਼ ਕਰਦੇ ਹਾਂ। ਠੀਕ ਆ, ਫਿਰ ਆਪਾਂ ਆਪਣੇ ਵੱਲੋਂ ਉਹਦੇ ਵਿੱਚ ਇੰਟਰੋਡਿਊਸ ਕਰਾਉਂਦੇ ਹਾਂ ਕੋਈ ਵੀ ਚੀਜ਼, ਫਿਰ ਉਹਦੇ ਅਗੇਂਸਟ ਆਪਾਂ ਟੈਸਟ ਕਰਦੇ ਹਾਂ। ਸੋ ਸਭ ਪਹਿਲਾਂ ਉਹਨੂੰ ਇੰਜੈਕਟ ਕਰਾਂਗੇ ਇਰੀਟੈਂਟ ਜਾਂ ਇਨਫਲਾਮੇਟਰੀ ਸਬਸਟੈਂਸ ਦੇ ਨਾਲ। ਮੋਸਟ ਕਾਮਨ ਇੰਡਿਊਸਰ ਇਜ਼ ਕਾਰਜਾਨੀਨਨ, ਕੈਰਾਜੀਨਨ, ਜੋ ਜਦੋਂ ਆਪਾਂ ਇੰਟਰੋਡਿਊਸ ਕਰਦੇ ਹਾਂ ਉਹਦੇ ਵਿੱਚ ਇਨਫਲਾਮੇਸ਼ਨ ਪ੍ਰੋਡਿਊਸ ਕਰ ਦਿੰਦਾ ਹੈ। ਠੀਕ ਹੈ, ਫਿਰ ਆਪਾਂ ਉਹਦਾ ਵੋਲਿਊਮ ਚੈੱਕ ਕਰਾਂਗੇ ਕਿ ਕਿੰਨੀ ਇਨਫਲਾਮੇਸ਼ਨ ਹੋਈ ਹੈ, ਦੈਨ ਫਿਰ ਉਹਨੂੰ ਆਪਾਂ ਮਰਕਰੀ ਦੇ ਵਿੱਚ ਇਮਰਸ ਕਰ ਦਿੰਦੇ ਹਾਂ, ਹੈ ਨਾ। ਸਾਡੀ ਜਿਹੜੀ ਮਰਕਰੀ ਹੈਗੀ ਉਹ ਲੈਵਲ ਉਹਦਾ ਚੈੱਕ ਕਰਦੇ ਹਾਂ ਕਿ ਕਿੰਨਾ ਲੈਵਲ ਹੋਇਆ ਹੈਗਾ, ਉਹਦਾ ਵੋਲਿਊਮ ਕਿੰਨਾ ਹੋਇਆ, ਇਨਫਲਾਮੇਸ਼ਨ ਕਿੰਨੀ ਹੋਈ ਹੈ। ਦੈਨ ਉਸ ਤੋਂ ਬਾਅਦ ਆਪਣੀ ਜਿਹੜੀ ਟੈਸਟ ਕੰਪਾਊਂਡ ਆ ਉਹਨੂੰ ਆਪਾਂ ਇੰਟਰੋਡਿਊਸ ਕਰਾਂਗੇ, ਫਿਰ ਉਹਦੀ ਰੀਡਿੰਗ ਲੈ ਲਾਂਗੇ। ਹਾਂਜੀ, ਕਲੀਅਰ ਹੋ ਰਿਹਾ? ਹਾਂਜੀ ਮੈਮ ਹੋ ਰਿਹਾ। ਓਕੇ, ਬਾਕੀਆਂ ਨੂੰ ਯੈਸ ਮੈਮ। ਇਹਦੇ ਵਿੱਚ ਜਿਹੜਾ ਆਪਾਂ ਰੈਟ ਯੂਜ਼ ਕਰਦੇ ਹਾਂ, ਪਹਿਲਾਂ ਆਪਾਂ ਹੈਲਦੀ ਰੈਟ ਲਿੱਤਾ, ਫਿਰ ਉਹਦੇ ਵਿੱਚ ਇਰੀਟੈਂਟ ਵਗੈਰਾ ਅਪਲਾਈ ਕੀਤਾ ਉਹਦੇ ਅਗੇਂਸਟ, ਹੈ ਨਾ, ਫਿਰ ਉਹਦਾ ਵੋਲਿਊਮ ਚੈੱਕ ਕੀਤਾ ਕਿੰਨੀ ਇਨਫਲਾਮੇਸ਼ਨ ਹੋਈ ਹੈ, ਦੈਨ ਫਿਰ ਆਪਾਂ ਉਹਦੇ ਡਰੱਗ ਇੰਜੈਕਟ ਕਰਕੇ ਜਿਹੜੀ ਆਪਾਂ ਟੈਸਟ ਕਰਨੀ ਉਹ ਦੇਖਣੀ ਹੈ ਨਾ। ਅਤੇ ਇਹਦੇ ਵਿੱਚ ਜਿਹੜਾ ਆਪਾਂ ਰੈਬਿਟ ਯੂਜ਼ ਕਰਦੇ ਹਾਂ, ਇੱਕ ਤਾਂ ਉਹਨੂੰ ਉਹ ਹਾਈਡਰੇਟਿਡ ਹੋਣਾ ਚਾਹੀਦਾ ਆ, ਮਤਲਬ ਉਹਦੇ ਵਿੱਚ ਮਤਲਬ ਜਿਹੜਾ ਵਾਟਰ ਆ ਆਰਟੀਫਿਸ਼ਲ ਨਹੀਂ ਸੋਰੀ ਇੰਟਰੋਡਿਊਸ ਕਰਵਾਉਂਦੇ ਹਾਂ, ਉਹਦੇ 'ਚ ਵਾਟਰ ਨੂੰ ਇੰਜੈਕਟ ਕਰ ਦਿੰਦੇ ਹਾਂ, ਪਰ ਉਹ ਸਟਾਰਵੇਸ਼ਨ ਦੇ ਵਿੱਚ ਰੱਖਿਆ ਹੁੰਦਾ ਉਹਨੂੰ, ਮਤਲਬ ਕਿ ਸਟਾਰਵੇਸ਼ਨ ਮਤਲਬ ਉਹਨੂੰ ਥੋੜ੍ਹੀ ਦੇਰ ਲਈ ਭੁੱਖਾ ਹੀ ਰਹਿਣ ਦਿੱਤਾ ਜਾਂਦਾ, ਉਹਨੂੰ ਫੀਡ ਨਹੀਂ ਦਿੱਤੀ ਜਾਂਦੀ, ਪਰ ਉਹਨੂੰ ਵਾਟਰ ਦਿੱਤਾ ਜਾਂਦਾ ਹੈ, ਜਾਂ ਫਿਰ ਜਿਹੜੀ ਡਰੱਗ ਹੈਗੀ ਆ ਉਹ ਵਾਟਰ ਦੇ ਵਿੱਚ ਡਿਜ਼ੋਲਵ ਕਰਕੇ ਦਿੱਤੀ ਜਾਂਦੀ ਹੈ ਤਾਂ ਕਿ ਉਹ ਪੂਰਾ ਹਾਈਡਰੇਟਿਡ ਹੋਵੇ, ਫਿਰ ਅਸੀਂ ਉਹਦੇ 'ਚ ਟੈਸਟ ਕਰਦੇ ਹਾਂ। ਫਿਰ ਅਗਲਾ ਮੈਥਡ ਹੈਗਾ ਹਾਈਪੋਗਲਾਈਸੀਮਿਕ ਐਕਟੀਵਿਟੀ, ਜਿਹੜਾ ਆਪਾਂ ਉਹਦੇ ਵਿੱਚ ਇਨਸੂਲਿਨ ਲੈਵਲ ਵਗੈਰਾ ਚੈੱਕ ਕਰਨਾ ਆ, ਹੈ ਨਾ। ਸੋ ਜਨਰਲੀ ਦਾ ਪਲਾਂਟ ਐਕਸਟ੍ਰੈਕਟ ਦੈਟ ਪੋਜ਼ੈਸ ਹਾਈਪੋਗਲਾਈਸੀਮਿਕ ਐਕਟੀਵਿਟੀ ਲਾਈਕ ਕਰੇਲਾ, ਫੈਨਗਰੀਕ, ਜਾਮੁਨ,
ਠੀਕ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਪਲਾਂਟ ਮਟੀਰੀਅਲ ਹੈਗੇ ਆ, ਇਹਨਾਂ ਦੀ ਆਪਾਂ ਦੇਖਦੇ ਹਾਂ ਐਕਟੀਵਿਟੀ, ਹਾਈਪੋਗਲਾਈਸੀਮਿਕ ਐਕਟੀਵਿਟੀ ਦੇਖਣੀ ਹੈ। ਸੋ ਫॉर ਟੈਸਟਿੰਗ ਦੀ ਹਾਈਪੋਗਲਾਈਸੀਮਿਕ ਐਕਟੀਵਿਟੀ, ਐਕਸਪੈਰੀਮੈਂਟਲ ਡਾਇਬੀਟੀਜ਼ ਇਟ ਇਜ਼ ਇੰਡਿਊਸਡ ਇਨ ਐਨੀਮਲ। ਠੀਕ ਹੈ, ਜਿਹੜਾ ਪਹਿਲਾਂ ਆਪਾਂ ਐਨੀਮਲ ਚੂਜ਼ ਕਰਾਂਗੇ ਉਹਦੇ ਵਿੱਚ ਆਪਾਂ ਇੰਡਿਊਸ ਕਰਾਂਗੇ ਡਾਇਬੀਟੀਜ਼। ਦੈਨ ਆਪਾਂ ਉਹਦੇ ਅਗੇਂਸਟ ਆਪਣੇ ਆਹ ਵਾਲੇ ਜਿਹੜੇ ਪਲਾਂਟ ਮਟੀਰੀਅਲ ਹੈਗੇ ਆ, ਮਮੋਡੀਕਾ, ਠੀਕ ਆ, ਟਰਾਈਜ਼ੋਨੈਲਾ, ਜਾਮੁਨ ਵਗੈਰਾ ਦੀਆਂ ਜਿਹੜੀਆਂ ਸਪੀਸੀਜ਼ ਹੈਗੀਆਂ ਉਹ ਇੰਟਰੋਡਿਊਸ ਕਰਾਂਗੇ। ਇਹਨੂੰ ਇੱਕ ਵਾਰੀ ਪੜ੍ਹ ਲਿਓ। ਸੇਮ ਉਹੀ ਪ੍ਰੋਸੀਜਰ ਆ ਕਿ ਕਿੱਦਾਂ ਕਿੱਦਾਂ ਉਹਨੂੰ ਰੱਖਣਾ, ਕਿੰਨੇ ਡੇਜ਼ 'ਤੇ ਕਿਹੜੀ ਮਤਲਬ ਥੱਲੇ ਇੱਕ ਦੇਖੋ ਆਪਣੇ ਨੋਟਸ ਦੇ ਵਿੱਚ ਪਲਾਂਟ ਐਕਸਟ੍ਰੈਕਟ ਜਿਹੜਾ ਆਪਾਂ ਕਰਦੇ ਹੈਗੇ ਆ, ਉਹ ਮਤਲਬ ਕਿੰਨੇ ਟਾਈਮ ਦੇ ਵਿੱਚ ਕਿਹੜੀ ਐਕਟੀਵਿਟੀ ਆਉਣੀ ਚਾਹੀਦੀ ਹੈ ਉਹ ਲਿਖਿਆ ਹੋਇਆ ਥੱਲੇ ਦੇ ਪੈਰਾਸ ਦੇ ਵਿੱਚ ਨਾ। ਉਹ ਪੜ੍ਹ ਲਿਓ ਕਿੰਨੀ ਕਿੰਨੀ ਹੈਗੀ ਹੈ। Then anti-ulcer activity. Anti-ulcer activity ਕੀ ਹੈ? Is the factors which are responsible for the acidity or are diet, stress, alcohol and non-steroidal anti-inflammatory drugs। ਜਿਹੜੀ ਐਂਟੀ ਅਲਸਰ ਐਕਟੀਵਿਟੀ, ਜਿਹੜੀ ਅਲਸਰ ਹੁੰਦੇ ਆ ਕਿਉਂ ਹੁੰਦੇ ਆ? ਕਿਉਂਕਿ ਸਾਡੀ ਐਸਿਡਿਟੀ ਹੋ ਜਾਂਦੀ ਹੈ ਨਾ। ਐਸਿਡਿਟੀ ਜੇ ਜ਼ਿਆਦਾ ਹੁੰਦੀ ਹੈ, ਕਿਉਰ ਨਹੀਂ ਕਰਦੇ ਆਪਾਂ ਉਹਨੂੰ, ਜਾਂ ਫਿਰ ਅਨਟ੍ਰੀਟੇਬਲ ਐਸਿਡਿਟੀ ਹੋ ਜਾਏ ਤਾਂ ਫਿਰ ਉਹਦੇ ਨਾਲ ਕੀ ਅਲਸਰਸ ਹੋ ਜਾਂਦੇ ਆ। ਈਵਨ ਸਟ੍ਰੈਸ ਜਿਹੜੇ ਹੈਗੇ ਆ, ਫਿਜ਼ੀਕਲ ਜਾਂ ਮੈਂਟਲ ਸਟ੍ਰੈਸ ਹੈਗੀ, ਉਹਦੇ ਨਾਲ ਵੀ ਹੁੰਦੇ ਆ, ਕੁਛ ਡਰੱਗਸ ਦੇ ਨਾਲ ਵੀ ਹੋ ਜਾਂਦੇ ਆ। ਸੋ ਪਲਾਂਟ ਡਰੱਗਸ ਦੈਟ ਆਰ ਯੂਜ਼ਡ ਐਜ਼ ਐਂਟੀ ਅਲਸਰਜੀਨਿਕ ਆਰ ਲਿਕੋਰਾਈਜ਼, ਐਟ੍ਰੋਪਿਨ, ਠੀਕ ਆ। ਇਹ ਹੋਰ ਵੀ ਨਾਮ ਦਿੱਤੇ ਹੋਏ ਆ, ਜਿੱਦਾਂ ਕੈਬੇਜ ਜੂਸ ਵਗੈਰਾ ਹੋ ਗਿਆ। ਇਹ ਸਾਰੇ ਆਪਾਂ ਐਂਟੀ ਅਲਸਰ ਐਕਟੀਵਿਟੀ ਨੂੰ ਜੱਜ ਕਰਨ ਦੇ ਲਈ ਦੇਖਦੇ ਹਾਂ, ਇਹਨਾਂ ਦੇ ਥਰੂ ਆਪਾਂ ਦੇਖਦੇ ਹੈਗੇ ਆ। ਇਹਦੇ ਲਈ ਵੀ ਕੀ ਕਰਨਾ, ਆਪਾਂ ਜਿਹੜਾ ਵੀ ਆਪਾਂ ਜਿਹਦੇ 'ਤੇ ਵੀ ਆਪਾਂ ਟਰੀਟ ਕਰਾਂਗੇ, ਪਹਿਲਾਂ ਉਹਦੇ ਵਿੱਚ ਅਲਸਰ ਪ੍ਰੋਡਿਊਸ ਕਰਾਂਗੇ, ਆਪਣੇ ਵੱਲੋਂ ਅਲਸਰ ਐਕਟੀਵਿਟੀ ਇੰਡਿਊਸ ਕਰਾਂਗੇ ਉਹਦੇ ਵਿੱਚ। ਜਿੱਦਾਂ ਦਾ ਅਲਸਰ ਕੈਨ ਬੀ ਇੰਡਿਊਸਡ ਬਾਈ ਅਲਕੋਹਲ, ਐਸਪ੍ਰਿਨ। ਅਲਕੋਹਲ ਕਿੰਨੀ? 1 ml ਪਰ kg ਬੋਡੀ ਵੇਟ। ਐਸਪ੍ਰਿਨ ਲੈਵਾਂਗੇ 200 mg ਪਰ kg ਬੋਡੀ ਵੇਟ, ਹੈ ਨਾ। ਪ੍ਰੈਡਨੀਸਲੋਨ, ਇਹ ਸਾਰੀਆਂ ਚੀਜ਼ਾਂ ਦੇ ਨਾਲ ਪਹਿਲਾਂ ਆਪਾਂ ਉਹਦੇ 'ਚ ਅਲਸਰ ਇੰਡਿਊਸ ਕਰਾਂਗੇ। ਜਾਂ ਸਟ੍ਰੈਸ ਦੇਵਾਂਗੇ, ਦਾ ਸਟਿਮੁਲਾਈ ਸੱਚ ਐਜ਼ immobilization and cold, है ना। Animals are immobilized in a cage and temperature is maintained between 4 to 5 degree Celsius। ਇੱਦਾਂ ਦਾ ਕਰਕੇ ਆਪਾਂ ਉਹਦੇ ਵਿੱਚ ਅਲਸਰ ਪ੍ਰੋਡਿਊਸ ਕਰ ਦਾਂਗੇ, ਅਲਸਰ ਇੰਡਿਊਸ ਕਰ ਦਾਂਗੇ। ਫਿਰ ਆਪਾਂ ਜਿਹੜੀ ਡਰੱਗ ਨੂੰ ਚੈੱਕ ਕਰਨਾ ਹੈਗਾ, ਉਹਦੇ ਨਾਲ ਆਪਾਂ ਉਹਨੂੰ ਟਰੀਟ ਕਰਾਂਗੇ, ਦੈਨ ਉਹਦੀ ਐਕਟੀਵਿਟੀ ਨੋਟ ਕਰ ਲਵਾਂਗੇ। ਥੱਲੇ ਵੈਲਿਊਜ਼ ਦਿੱਤੀਆਂ ਹੋਈਆਂ। ਅਲਸਰ ਇੰਡੈਕਸ ਜਿੱਦਾਂ 0 ਹੈਗਾ ਮਤਲਬ ਕੋਈ ਡੈਮੇਜ ਨਹੀਂ ਆ, 1 ਹੈਗਾ ਤਾਂ ਰੈਡਨੈਸ ਆਫ ਮਿਊਕੋਜ਼ਾ, 3 ਹੈਗਾ ਤਾਂ ਅਲਸਰੇਸ਼ਨ ਆ। ਇਹ ਇੱਥੇ ਤੁਸੀਂ ਪੜ੍ਹ ਲੈਣਾ ਕਿ ਕਿਹੜੀ ਕਿਹੜੀ ਵੈਲਿਊ ਆਉਂਦੀ ਹੈਗੀ ਆ। Then next is analgesic activity। analgesic मतलब पेन किलर। ਇਹਦੇ ਲਈ ਜਿਹੜਾ ਆਪਾਂ ਐਨੀਮਲ ਯੂਜ਼ ਕਰਦੇ ਹਾਂ ਉਹ ਹੈਗਾ ਮਾਈਸ। ਸੋ ਕੀ ਹੈ ਐਨਾਲਜੈਸਿਕ ਐਕਟੀਵਿਟੀ? ਪਹਿਲਾ ਹੈਗਾ ਹੌਟ ਪਲੇਟ ਮੈਥਡ। ਇਹਦੇ ਵਿੱਚ ਕੀ ਆ? ਐਨੀਮਲਸ ਯੂਜ਼ਡ ਫॉर ਦਿਸ ਮੈਥਡ ਆਰ ਮਾਈਸ। groups of 10 mice of either sex with the initial weight of 18 to 22 grams are selected for each dose। Then hot plate consists of electrically heated surface and the temperature is maintained at 55 to 56 degrees Celsius। Then mice is placed on hot plate and the time until either flicking or jumping occur is recorded by the stopwatch। So the latency is recorded before and after 20, 60 and 90 minutes following oral or subcutaneous administration of the test or standard drug। ਸੋ ਹੌਟ ਪਲੇਟ ਮੈਥਡ ਦੇ ਵਿੱਚ ਕੀ ਆ? ਆਪਾਂ ਜਿਹੜੇ ਮਾਈਸ ਚੂਜ਼ ਕਰਨੇ ਆ, ਮਾਈਸ ਦਾ ਵੇਟ ਹੈਗਾ 18 ਤੋਂ ਲੈ ਕੇ 22 ਗ੍ਰਾਮ, ਠੀਕ ਆ। ਅਤੇ ਜਿਹੜਾ ਆਪਾਂ ਹੌਟ ਪਲੇਟ ਯੂਜ਼ ਕਰਾਂਗੇ ਉਹਦਾ ਟੈਂਪਰੇਚਰ ਕਰਾਂਗੇ 55 ਤੋਂ ਲੈ ਕੇ 56 ਡਿਗਰੀ ਸੈਲਸੀਅਸ ਤੱਕ। ਉਹਦੇ ਉੱਪਰ ਮਾਈਸ ਰੱਖਾਂਗੇ। ਮਾਈਸ ਕਿੰਨੀ ਦੇਰ ਦੇ ਬਾਅਦ ਜੰਪ ਕਰਦਾ ਹੈਗਾ ਜਾਂ ਕਿੰਨੀ ਦੇਰ ਬਾਅਦ ਉਹਦੀ ਬੋਡੀ ਸਾਨੂੰ ਕੋਈ ਚੇਂਜ ਸ਼ੋ ਕਰਦੀ ਹੈਗੀ ਆ, ਉਹਨੂੰ ਆਪਾਂ ਨੋਟ ਕਰ ਲੈਂਦੇ ਹਾਂ ਵਿਦ ਦੀ ਹੈਲਪ ਆਫ ਸਟੋਪ ਵਾਚ। ਮਤਲਬ ਉਹਦੇ ਨਾਲ ਪੇਨ ਹੋਏਗਾ, ਉਹਦੀ ਸੈਂਸ ਜਾਏਗੀ, ਦੈਟਸ ਵਾਈ ਉਹ ਕੋਈ ਨਾ ਕੋਈ ਉਹਦੀ ਬੋਡੀ ਰਿਐਕਸ਼ਨ ਪ੍ਰੋਡਿਊਸ ਕਰੇਗੀ ਜਾਂ ਸਾਨੂੰ ਨਜ਼ਰ ਆਏਗਾ।
ਸੋ ਉਸ ਤੋਂ ਬਾਅਦ ਆਪਾਂ ਉਹਦੇ 'ਚ ਟੈਸਟ ਸੋਲਿਊਸ਼ਨ ਇੰਟਰੋਡਿਊਸ ਕਰਾਂਗੇ, ਟੈਸਟ ਜਿਹੜਾ ਆਪਾਂ ਚੈੱਕ ਕਰਨਾ ਹੈ ਨਾ, ਤੇ ਫਿਰ ਆਪਾਂ ਉਹਦੀ ਟੈਂਡੈਂਸੀ ਨੋਟ ਕਰਾਂਗੇ ਕਿ ਹੁਣ ਕਿੰਨੀ ਦੇਰ ਬਾਅਦ ਉਹ ਕੋਈ ਨਾ ਕੋਈ ਸਾਨੂੰ ਰਿਐਕਸ਼ਨ ਉਹਦੀ ਬੋਡੀ ਸ਼ੋ ਕਰ ਰਹੀ ਹੈ। ਠੀਕ ਹੈ, ਇਨ ਦਿਸ ਵੇ ਵੀ ਕੈਨ measure the analgesic activity of a particular drug or a plant material. Next method is tail immersion test. ਇਹਦੇ ਵਿੱਚ ਕੀ ਹੈ, animals employed for this test are young female visitor rats having body weight 172 to 10 grams. Then rats are placed into individual restrating cages in such a condition that tail hangs out freely. They are allowed to adapt to the cages for half an hour. Then lower 5 centimeter part of tail is marked and is immersed in a cup of freshly filled water having a temperature of 55 degrees Celsius. Within few seconds, rat reacts by withdrawing the tail. This reaction time is recorded. है ना, ਇਹਨੂੰ ਵੀ ਆਪਾਂ ਸਟਾਪ ਵਾਚ ਦੇ ਹੈਲਪ ਦੇ ਨਾਲ ਹੀ ਰਿਕਾਰਡ ਕਰ ਲੈਂਦੇ ਹਾਂ। ਦ ਰਿਐਕਸ਼ਨ ਟਾਈਮ ਇਜ਼ ਰਿਕਾਰਡਡ ਬਿਫੋਰ ਐਂਡ ਪੀਰੀਓਡਿਕਲੀ ਆਫਟਰ ਆਈਦਰ ਓਰਲ ਔਰ subcutaneous administration of test substance. Then cut off time of immersion is 15 seconds. The withdrawal time of untreated animal is between 1 to 5.5 seconds. ਸੋ ਇਹਦੇ ਵਿੱਚ ਕੀ ਆ, ਆਪਾਂ ਉਹਦੀ ਟੇਲ ਯੂਜ਼ ਕਰਦੇ ਹਾਂ, ਫੀਮੇਲ ਯੂਜ਼ ਕੀਤੀ ਹੈ ਇਹਦੇ ਵਿੱਚ, ਫੀਮੇਲ ਰੈਟ ਦੀ ਟੇਲ ਨੂੰ ਬਾਹਰ ਰੱਖਦੇ ਹਾਂ, ਬਾਕੀ ਉਹਨੂੰ ਕੇਸ ਦੇ ਵਿੱਚ ਪਾ ਦਿੰਦੇ ਹਾਂ, ਟੇਲ ਨੂੰ ਆਪਾਂ ਮਾਰਕ ਕਰ ਦਿੰਦੇ ਹਾਂ, ਫਿਰ ਉਹਨੂੰ ਕਿਸੇ ਸੋਲਿਊਸ਼ਨ ਦੇ ਵਿੱਚ ਡਿਪ ਕਰਦੇ ਹਾਂ, ਜਿੱਦਾਂ ਵਾਟਰ ਨਹੀਂ ਯੂਜ਼ ਕੀਤਾ ਉਹਨੇ, ਵਾਟਰ ਦੇ ਵਿੱਚ ਡਿਪ ਕਰ ਦਿੰਦੇ ਹਾਂ, ਉਹਦਾ ਟੈਂਪਰੇਚਰ ਸੈੱਟ ਕੀਤਾ ਹੁੰਦਾ ਕਿੰਨੇ ਟੈਂਪਰੇਚਰ ਦੇ ਵਿੱਚ, ਹੈ ਨਾ, ਫਿਰ ਉਹ ਕਿੰਨੀ ਦੇਰ ਬਾਅਦ ਆਪਣਾ ਉੱਥੋਂ ਵਿਡਰੋ ਕਰਦੀ ਹੈ ਆਪਣੀ ਟੇਲ। ਦੈਨ ਉਸ ਤੋਂ ਬਾਅਦ ਉਹਦੇ 'ਤੇ ਟੈਸਟ ਸੋਲਿਊਸ਼ਨ ਅਪਲਾਈ ਕਰਦੇ ਹਾਂ। ਠੀਕ ਆ, ਫਿਰ ਆਪਾਂ ਉਹ ਸੇਮ ਐਕਟੀਵਿਟੀ ਕਰਦੇ ਹੈਗੇ ਆ, ਫਿਰ ਆਪਾਂ ਦੇਖਦੇ ਹਾਂ ਕਿ ਹੁਣ ਕਿੰਨੇ ਟਾਈਮ ਦੇ ਬਾਅਦ ਜਿਹੜੀ ਹੈਗੀ ਆ ਸੇਮ ਐਕਟੀਵਿਟੀ ਸ਼ੋ ਕੀਤੀ ਹੈ ਨਾ, ਉੱਥੋਂ ਆਪਾਂ ਐਨਾਲਿਸਿਸ ਕਰ ਲੈਂਦੇ ਹਾਂ ਦੋਨਾਂ ਦਾ ਕੰਪੈਰੀਜ਼ਨ ਕਰਕੇ। ਉਸ ਤੋਂ ਬਾਅਦ ਹੈਗਾ ਹੈਫਨਰਸ ਟੇਲ ਕਲਿਪ ਮੈਥਡ। ਇਹਦੇ 'ਚ ਮੇਲ ਮਾਈਸ ਯੂਜ਼ ਕਰਦੇ ਹੈਗੇ ਆ। ਠੀਕ ਹੈ, ਟੈਸਟ ਕੰਪਾਊਂਡ ਇਜ਼ ਐਡਮਿਨਿਸਟਰਡ ਸਬਕੂਟੇਨੀਅਸਲੀ ਔਰ ਗਿਵਨ ਓਰਲੀ ਟੂ ਫਾਸਟਿਡ ਐਨੀਮਲਸ। ਅਤੇ ਫਿਰ ਟੈਸਟ ਤੋਂ 15-30 60 ਮਿੰਟਸ ਤੋਂ ਬਾਅਦ ਆਪਾਂ ਟੈਸਟ ਲਈ ਲਗਾਉਂਦੇ ਹੈਗੇ ਆ। ਸੋ ਐਨ ਆਰਟਰੀ ਕਲਿੱਪ ਇਜ਼ ਅਪਲਾਈਡ ਔਨ ਦੀ ਰੂਟ ਆਫ ਦੀ ਟੇਲ। ਇਹਦੇ ਵਿੱਚ ਕਲਿੱਪ ਲਗਾ ਦਿੰਦੇ ਆ, ਕਿੰਨੀ ਪੇਨ ਇੰਡਿਊਸ ਕਰਦੇ ਆ। ਦੈਨ ਉਸ ਤੋਂ ਬਾਅਦ ਉਹਦੇ 'ਚ ਟੈਸਟ ਸੋਲਿਊਸ਼ਨ ਦੇ ਥਰੂ ਆਪਾਂ ਦੇਖ ਲੈਂਦੇ ਹਾਂ ਕਿ ਜਿਹੜੀ ਪੇਨ ਹੈ ਕਿੰਨੀ ਬੀਅਰ ਕਰ ਰਿਹਾ ਹੈ ਨਾ, ਜਾਂ ਕੀ ਰਿਸਪੌਂਡ ਆ ਉਹਦੇ ਤੋਂ, ਉੱਥੋਂ ਹੀ ਆਪਾਂ ਜੱਜ ਕਰਦੇ ਹਾਂ ਅਨੈਲਜੈਸਿਕ ਐਕਟੀਵਿਟੀ। ਸੋ ਅਨੈਲਜੈਸਿਕ ਐਕਟੀਵਿਟੀ ਇਜ਼ ਰਿਲੇਟਿਡ ਵਿਦ ਦੀ ਪੇਨ ਆਫ ਦ ਬੋਡੀ। ਸੋ ਹੌਟ ਟੈਂਪਰੇਚਰ ਦੇ ਨਾਲ ਦੇਖ ਲਿਆ, ਕੋਲਡ ਟੈਂਪਰੇਚਰ ਕਿੰਨਾ ਬੀਅਰ ਹੁੰਦਾ, ਹੌਟ ਕਿੰਨਾ ਬੀਅਰ ਹੁੰਦਾ, ਜਾਂ ਫਿਰ ਉਹਦੇ 'ਤੇ ਆਪਾਂ ਜੇ ਪ੍ਰੈਸ਼ਰ ਪਾਉਂਦੇ ਹੈਗੇ ਆ, ਹੈ ਨਾ। ਕਲਿੱਪ ਮੈਥਡ ਬੇਸਿਕਲੀ ਕੀ ਆ, ਉਹਦੇ ਪ੍ਰੈਸ਼ਰ ਅਪਲਾਈ ਕਰ ਦਿੰਦੇ ਹਾਂ ਆਪਾਂ, ਕਿਸੇ ਚੀਜ਼ ਨੂੰ ਪਿੰਚ ਕਰ ਦਿੰਦੇ ਹਾਂ, ਜਾਂ ਤਾਂ ਕਿੰਨੀ ਦਰਦ ਮਹਿਸੂਸ ਹੁੰਦੀ ਹੈ, ਜਾਂ ਜੇ ਆਪਾਂ ਟੈਸਟ ਸੋਲਿਊਸ਼ਨ ਅਪਲਾਈ ਕਰ ਦਿੰਦੇ ਹਾਂ ਤਾਂ ਸਾਡੀ ਬੋਡੀ ਦਾ ਕੀ ਰਿਐਕਸ਼ਨ ਆ, ਉਹਨੂੰ ਆਪਾਂ ਮੋਨੀਟਰ ਕਰ ਲੈਂਦੇ ਹਾਂ। ਨੈਕਸਟ ਹੈਗਾ ਮਾਈਕਰੋਬਾਇਓਲੋਜੀਕਲ ਐਸੇ। Microbiological assay ਕੀ ਹੈ, in this method bacteria, yeast and mold are employed for assaying antibiotics and few vitamins. Procedure employed in microbiological assay is antibiotic is divided into two broad category. ਇੱਕ ਹੈਗਾ slender plate method ਜਾਂ cup plate method, ਦੂਜਾ ਹੈਗਾ turbidity metric method. ਸੋ ਦੋ ਮੈਥਡ ਆ ਮਾਈਕਰੋਬਾਇਓਲੋਜੀਕਲ ਐਕਟੀਵਿਟੀ ਚੈੱਕ ਕਰਨ ਦੇ ਲਈ। ਸੋ ਜਿਹੜਾ ਕੱਪ ਪਲੇਟ ਮੈਥਡ ਆ ਜਾਂ ਸਿਲੰਡਰ ਪਲੇਟ ਮੈਥਡ ਵੀ ਕਹਿੰਦੇ ਆ ਉਹਨੂੰ, ਕੱਪ ਪਲੇਟ ਮੈਥਡ ਵੀ ਕਹਿੰਦੇ ਆ, ਮੋਸਟ ਕਾਮਨਲੀ ਯੂਜ਼ਡ ਮੈਥਡ ਆ। ਐਂਟੀਬਾਇਓਟਿਕ ਆਪਾਂ ਇਹਦੇ ਨਾਲ ਦੇਖਦੇ ਹਾਂ, ਇਵੈਲੂਏਟ ਕਰਦੇ ਹਾਂ। ਸੋ ਦਿਸ ਮੈਥਡ ਡਿਪੈਂਡ ਅਪੋਨ ਦੀ ਡਿਫਿਊਜ਼ਨ ਆਫ ਐਨ ਐਂਟੀਬਾਇਓਟਿਕ ਥਰੂ ਏ ਸੋਲੀਡੀਫਾਈਡ ਅਗਾਰ ਲੇਅਰ ਟੂ ਸਚ ਐਨ ਐਕਸਟੈਂਟ ਐਜ਼ ਗਿਵ ਏ ਜ਼ੋਨ ਆਫ ਇਨਹਿਬਿਸ਼ਨ ਅਰਾਊਂਡ ਦੀ ਸਿਲੰਡਰ ਔਰ ਕੱਪ। ਜਿਹੜਾ ਮਟੀਰੀਅਲ ਰੱਖਿਆ ਹੋਇਆ ਆਪਾਂ, ਅਗਾਰ ਲੇਅਰ ਰੱਖੀ ਹੋਈ ਆ, ਉਹਦੇ 'ਤੇ ਆਪਾਂ ਅਪਲਾਈ ਕਰਦੇ ਹਾਂ, ਫਿਰ ਆਪਾਂ ਦੇਖਦੇ ਹਾਂ ਕਿ ਕਿੰਨੀ ਡਿਵੈਲਪਮੈਂਟ ਹੋਈ ਆ ਉੱਥੇ ਐਂਟੀਬੋਡੀਜ਼ ਦੀ, ਹੈ ਨਾ, ਜਾਂ ਮਤਲਬ ਉਹਦੇ ਅਗੇਂਸਟ ਆਪਾਂ ਦੇਖ ਲੈਂਦੇ ਹਾਂ। ਜ਼ੋਨ ਆਫ ਇਨਹਿਬਿਸ਼ਨ ਮੇਜਰ ਕਰਦੇ ਹਾਂ, ਜਿੱਦਾਂ ਤੁਸੀਂ ਮਾਈਕਰੋਬਾਇਓਲੋਜੀ ਦੇ ਵਿੱਚ ਪ੍ਰੈਕਟੀਕਲਸ ਕਰਦੇ ਹੋ, ਸੇਮ ਉਸੇ ਤਰ੍ਹਾਂ। ਸੋ ਜ਼ੋਨ ਆਫ ਇਨਹਿਬਿਸ਼ਨ ਜਿਹੜਾ ਬਣਦਾ ਹੈਗਾ, ਉਹਦਾ ਸਾਈਜ਼ ਮੇਜਰ ਕਰ ਲੈਂਦੇ ਹਾਂ ਅਤੇ ਉਹਨੂੰ ਐਨਾਲਿਸਿਸ ਕਰਦੇ ਹਾਂ। ਟਰਬਿਡਿਟੀ ਦੇ ਵਿੱਚ ਹੁੰਦਾ ਕਿ ਕਿੰਨੀ ਟਰਬਿਡਿਟੀ ਪ੍ਰੋਡਿਊਸ ਹੋਈ ਹੈ, ਜਿਹਨੂੰ ਆਪਾਂ ਸੀਰੀਅਲ ਡਿਲੂਸ਼ਨ ਮੈਥਡ ਵੀ ਬੋਲਦੇ ਹਾਂ। ਸੋ ਟਰਬਿਡਿਟੀ ਮੀਟ੍ਰਿਕ ਐਸੇ ਆਫ ਡਰਗ ਪੋਟੈਂਸੀ ਇਜ਼ ਬੇਸਡ ਔਨ ਇਨਹਿਬਿਸ਼ਨ ਆਫ ਮਾਈਕਰੋਬੀਅਲ ਗਰੋਥ ਐਜ਼ ਇੰਡੀਕੇਟਡ ਬਾਈ ਦੀ ਮੇਜਰਮੈਂਟ ਆਫ ਦੀ transmittance of the suspension of a suitable microorganism in a fluid medium to which has added a graded amount of the test compound.
changes in transmittance produced by the tested compound are compared with those produced by known concentration of standard turbidity ਚੈੱਕ ਕਰਨੀ ਹੈ ਇੱਕ ਪਾਸੇ ਆਪਾਂ ਸਟੈਂਡਰਡ ਸੋਲਿਊਸ਼ਨ ਲੈਣਾ ਜਦੋਂ ਤੁਸੀਂ ਕੈਮਿਸਟਰੀ ਦੇ ਵਿੱਚ ਕੀਤੇ ਹੋਣੇ ਆ ਪ੍ਰੈਕਟੀਕਲਸ ਟਰਬਿਡਿਟੀ ਮੇਜਰਮੈਂਟ ਤੇ ਇੱਕ ਪਾਸੇ ਆਪਾਂ ਸਟੈਂਡਰਡ ਸੋਲਿਊਸ਼ਨ ਲਵਾਂਗੇ ਇੱਕ ਆਪਾਂ ਜਿਹੜਾ ਸਾਡਾ ਚੈੱਕ ਕਰਨ ਵਾਲਾ ਟੈਸਟ ਸੋਲਿਊਸ਼ਨ ਉਹ ਲਵਾਂਗੇ ਦੋਨਾਂ ਦੀ ਟਰਬਿਡਿਟੀ ਨੂੰ ਕੰਪੇਅਰ ਕਰਾਂਗੇ ਫਿਰ ਆਪਾਂ ਐਨਾਲਾਈਜ਼ ਕਰਾਂਗੇ ਕਿ ਸਟੈਂਡਰਡ ਟਰਬਿਡਿਟੀ ਦੇ ਰਹੀ ਹੈ ਜਾਂ ਜੇ ਅਮਾਊਂਟ ਘੱਟ ਵੱਧ ਹੈਗੀ ਹੈ ਤਾਂ ਉਹਦੇ ਅਕੋਰਡਿੰਗਲੀ ਆਪਾਂ ਉਹਦੀ ਪੋਟੈਂਸੀ ਜਾਂ ਐਫੀਕੇਸੀ ਚੈੱਕ ਕਰਾਂਗੇ ਸੋ ਇਨ ਦਿਸ ਵੇ microbiological assay can be proceed or done. One is cylindrical plate method which is based on zone of inhibition and other is turbidity method through which we can compare the turbidity of the test solution with the standard solution. हाँ जी बच्चे हो गया क्लियर? हाँ जी मैम। कोई होर भी बोलो बाकियां नूं कुछ नहीं सुत्ते पे सारे तुसीं यस मैम। यस मैम हो गया क्लियर। पक्का? हाँ जी मैम। यस। अंशु हो गया क्लियर तुहानूं बच्चे? पक्का सुत्ता लगदा मैनूं अंशु कोई आवाज़ नहीं हैगी नहीं मैम। हाँ नहीं मैम बक्से खुले सी ना। हाँ जी हाँ जी थोड़ी असाइनमेंट नहीं आई मैनूं लगदा हजे तक किसी दी स्टूडेंट्स मैम करती हुई है मैम। मैम भेज दिया। ठीक है जिन्होंने नहीं हजे तक अटैच की अपनी असाइनमेंट अटैच कर दो फटाफट ओके मैम। हाँ जी साडा जिहड़ा फर्स्ट यूनिट हैगा खत्म हो गया एवैल्यूएशन वाला पार्ट साडा टॉपिक हुण आपां सैकेंड यूनिट स्टार्ट करांगे नैक्सट क्लास तो ठीक है बाकी जिहड़ियां ड्रग्स हैगियां वो फिर बाद चों आपां करनियां वन बाय वन जिहड़ी करनी होगी ਉਹਦੇ ਵਿੱਚ ਆਣੀ ਉੱਥੋਂ ਉੱਥੋਂ ਆਪਾਂ ਕਰੀ ਜਾਵਾਂਗੇ ਕਿਸੇ ਨੂੰ ਕੋਈ ਡਾਊਟ ਹੈਗਾ ਕਿਸੇ ਨੂੰ ਕੁਝ ਨਹੀਂ ਸਮਝ ਲੱਗਾ ਹੋਇਆ ਕੋਈ ਚੀਜ਼ ਨਹੀਂ ਕਲੀਅਰ ਹੋਈ ਉਹ ਮੈਨੂੰ ਪੁੱਛ ਲਵੇ ਠੀਕ ਆ ਨੈਕਸਟ ਕਲਾਸ ਦੇ ਵਿੱਚ ਪਹਿਲਾਂ ਜਿਹੜੀਆਂ ਕੋਈ ਤੁਹਾਡੀਆਂ ਪ੍ਰੋਬਲਮਸ ਹੋਊਗੀਆਂ ਉਹ ਤੁਸੀਂ ਨੋਟ ਕਰਕੇ ਰੱਖਿਓ ਫਿਰ ਆਪਾਂ ਉਹਨੂੰ ਡਿਸਕਸ ਕਰ ਲਵਾਂਗੇ ਇੱਕ ਵਾਰੀ ਫਿਰ ਆਪਾਂ ਨੈਕਸਟ ਟੌਪਿਕ ਸਟਾਰਟ ਕਰਾਂਗੇ ਰਾਈਟ ओके ओके मैम। हाँ जी मैम। ओके फिर बाय 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 मैम। बाय मैम।